ਸ਼੍ਰੀ ਹੇਮਕੁੰਟ ਸਾਹਿਬ ਪਹਾੜਾਂ ਤੇ ਬਰਫ਼ ਦੀ ਗੋਦ ਦੇ ਵਿੱਚ ਅਜਿਹਾ ਪਵਿੱਤਰ ਸਥਾਨ ਜੋ ਕੁਝ ਸਮੇਂ ਲਈ ਦਰਸ਼ਨਾਂ ਦੇ ਲਈ ਖੋਲ੍ਹਿਆ ਜਾਂਦਾ ਹੈ ਅਤੇ ਫਿਰ ਬਰਫ਼ ਦੀ ਚਾਦਰ ਦੇ ਥੱਲੇ ਇੱਕ ਅਲੌਕਿਕ ਸਮਾਧੀ ਵਿੱਚ ਚਲਿਆ ਜਾਂਦਾ ਹੈ। ਜਿੰਨਾ ਸਮਾਂ ਵੀ ਇਹ ਸਥਾਨ ਦਰਸ਼ਨਾਂ ਦੇ ਲਈ ਖੋਲ੍ਹਿਆ ਜਾਂਦਾ ਹੈ, ਸੰਗਤਾਂ ਸ਼ਰਧਾ ਦੇ ਨਾਲ ਜਾ ਕੇ ਨਤਮਸਤਕ ਹੁੰਦੀਆਂ ਨੇ। ਦੂਰ ਦਰਾਡੇ ਤੋਂ ਸੰਗਤਾਂ ਲੰਬਾ ਸਫ਼ਰ ਤੈਅ ਕਰਕੇ 19 ਕਿਲੋਮੀਟਰ ਦੀ ਮੁਸ਼ਕਲਾਂ ਭਰੀ ਚੜ੍ਹਾਈ ਚੜ੍ਹ ਕੇ ਇਸ ਸਥਾਨ ਤੱਕ ਪਹੁੰਚਦੀਆਂ ਨੇ। 19 ਕਿਲੋਮੀਟਰ ਦੀ ਪੈਦਲ ਚੜ੍ਹਾਈ ਚੜ੍ਹਨਾ ਬਹੁਤ ਮੁਸ਼ਕਲ ਕੰਮ ਹੈ, ਪਰ ਜੇਕਰ ਤੁਸੀਂ ਪੰਜਾਬ ਦੇ ਵਿੱਚ ਬੈਠ ਕੇ ਆਪਣੇ ਘਰ ਤੋਂ ਹੀ ਚੱਲ ਕੇ ਸ਼੍ਰੀ ਹੇਮਕੁੰਟ ਸਾਹਿਬ ਕਈ ਸੌ ਕਿਲੋਮੀਟਰ ਪੈਦਲ ਚੱਲ ਕੇ ਪਹੁੰਚਣਾ ਹੋਵੇ ਤਾਂ ਤੁਸੀਂ ਇਸ ਬਾਰੇ ਕੀ ਸੋਚੋਗੇ। ਬਚਿੱਤਰ ਸਿੰਘ ਦਿੱਲੀ ਦੇ ਰਹਿਣ ਵਾਲੇ ਇੱਕ ਗੁਰਸਿੱਖ ਹੇਮਕੁੰਟ ਸਾਹਿਬ ਦੀ ਯਾਤਰਾ ਆਪਣੇ ਪਰਿਵਾਰ ਦੇ ਨਾਲ ਕਰ ਰਹੇ ਸੀ ਅਤੇ ਰਸਤੇ ਵਿੱਚ ਪੌਂਟਾ ਸਾਹਿਬ ਸਟੇ ਕਰਕੇ ਉਹਨਾਂ ਨੇ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ। ਰਸਤੇ ਵਿੱਚ ਉਹਨਾਂ ਦਾ ਪਰਿਵਾਰ ਗੱਡੀ ਦੇ ਵਿੱਚ ਬੈਠਿਆਂ ਬਹੁਤ ਥਕਾਵਟ ਮਹਿਸੂਸ ਕਰ ਰਿਹਾ ਸੀ। ਕੁਝ ਸਫ਼ਰ ਕੱਢ ਕੇ ਉਹ ਰਸਤੇ ਦੇ ਵਿੱਚ ਚਾਹ ਪੀਣ ਵਾਸਤੇ ਰੁਕੇ। ਜਦੋਂ ਉਹਨਾਂ ਦਾ ਪਰਿਵਾਰ ਚਾਹ ਪੀ ਰਿਹਾ ਸੀ ਤਾਂ ਬਚਿੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੁਰਸਿੱਖ ਤੇ ਉਸ ਦੇ ਨਾਲ ਇੱਕ 12 ਸਾਲਾਂ ਦੀ ਲੜਕੀ ਨੂੰ ਪੈਦਲ ਚੱਲਦੇ ਹੋਏ ਦੇਖੇ, ਹੱਥ ਵਿੱਚ ਛੋਟਾ ਜਿਹਾ ਨਿਸ਼ਾਨ ਸਾਹਿਬ ਅਤੇ ਪਿੱਠਾਂ ਉੱਤੇ ਬੈਗ। ਬਚਿੱਤਰ ਸਿੰਘ ਨੇ ਉਹਨਾਂ ਨੂੰ ਦੇਖਿਆ ਤਾਂ ਇੱਕਦਮ ਖਿਆਲ ਆਇਆ ਕਿ ਇਹ ਪੈਦਲ ਚੱਲ ਕੇ ਦੋਵੇਂ ਕਿੱਥੇ ਜਾ ਰਹੇ ਹੋਣਗੇ। ਇਹ ਰਸਤਾ ਤਾਂ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾ ਰਿਹਾ ਹੈ, ਪਰ ਚੱਲ ਕੇ ਕੋਈ ਕਿਵੇਂ ਹੇਮਕੁੰਟ ਸਾਹਿਬ ਪਹੁੰਚ ਸਕਦਾ ਹੈ ਅਤੇ ਨਾਲ ਤਾਂ ਛੋਟਾ ਜਿਹਾ ਬੱਚਾ ਵੀ ਹੈ, ਸ਼ਾਇਦ ਇਹ ਕਿਸੇ ਮੁਸੀਬਤ ਦੇ ਵਿੱਚ ਹੋਣਗੇ। ਕੋਲ ਜਾ ਕੇ ਬਚਿੱਤਰ ਸਿੰਘ ਨੇ ਉਹਨਾਂ ਪੇਤੀ ਨੂੰ ਬੁਲਾਇਆ ਅਤੇ ਰੁਕ ਕੇ ਚਾਹ ਪੀਣ ਵਾਸਤੇ ਕਿਹਾ ਅਤੇ ਬਚਿੱਤਰ ਸਿੰਘ ਨੇ ਪੁੱਛਿਆ ਕਿ ਤੁਹਾਡਾ ਕੋਈ ਸਾਧਨ ਖਰਾਬ ਹੋ ਗਿਆ ਹੈ ਜਾਂ ਫਿਰ ਕੋਈ ਹੋਰ ਮੁਸੀਬਤ ਦੇ ਵਿੱਚ ਤੁਸੀਂ ਚੱਲ ਕੇ ਜਾ ਰਹੇ ਹੋ। ਤਾਂ ਉਸ ਗੁਰਸਿੱਖ ਵਿਅਕਤੀ ਜਿਸ ਦਾ ਨਾਮ ਤਲਵਿੰਦਰ ਸਿੰਘ ਸੀ, ਉਸਨੇ ਦੱਸਿਆ ਕਿ ਆਪਾਂ ਆਪਣੀ ਸ਼ਰਧਾ ਰੱਖ ਕੇ ਸ਼੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਦੇ ਲਈ ਜਾ ਰਹੇ ਹਾਂ। ਜਦੋਂ ਉਹਨਾਂ ਨੇ ਦੱਸਿਆ ਕਿ ਆਪਾਂ ਹੁਸ਼ਿਆਰਪੁਰ ਤੋਂ ਚੱਲ ਕੇ ਇੱਥੇ ਤੱਕ ਪਹੁੰਚੇ ਹਾਂ ਤਾਂ ਬਚਿੱਤਰ ਸਿੰਘ ਇੱਕਦਮ ਚੌਂਕ ਗਿਆ। ਬਚਿੱਤਰ ਸਿੰਘ ਨੇ ਕਿਹਾ ਕਿ ਤੁਸੀਂ ਚੱਲ ਕੇ ਹੀ ਕਿਉਂ ਜਾ ਰਹੇ ਹੋ, ਸਾਡੇ ਧਰਮ ਦੇ ਵਿੱਚ ਅਜਿਹੀ ਕੋਈ ਮਰਿਆਦਾ ਨਹੀਂ ਹੈ। ਤਾਂ ਤਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਦ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੈ। ਤਲਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਹੁਸ਼ਿਆਰਪੁਰ ਦੇ ਵਿੱਚ ਮੋਟਰਸਾਈਕਲ ਠੀਕ ਕਰਨ ਦਾ ਕੰਮ ਹੈ, ਕੰਮ ਕਰਕੇ ਮੈਂ ਆਪਣਾ ਪਰਿਵਾਰ ਚਲਾ ਰਿਹਾ ਸੀ, ਗੁਰੂ ਸਾਹਿਬ ਦੇ ਨਾਲ ਬਾਣੀ ਦੇ ਰਾਹੀਂ ਜੁੜੇ ਹੋਏ ਸੀ। ਕੁਝ ਸਾਲ ਪਹਿਲਾਂ ਹੀ ਮੈਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਲਾਨ ਬਣਾਇਆ। ਜਦੋਂ ਜਾਣ ਦਾ ਸਮਾਂ ਆਇਆ ਤਾਂ ਮੇਰੇ ਪਿਤਾ ਅਚਾਨਕ ਬਿਮਾਰ ਹੋ ਗਏ। 1 ਸਾਲ ਉਹਨਾਂ ਦਾ ਇਲਾਜ ਕਰਵਾਇਆ, ਪਰ ਆਖਿਰ ਉਹ ਪੂਰੇ ਹੋ ਗਏ ਅਤੇ ਫਿਰ 1 ਸਾਲ ਦਾ ਸਮਾਂ ਪਾ ਕੇ ਮੈਂ ਫਿਰ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦਾ ਪਲਾਨ ਕੀਤਾ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਹੀ ਮੇਰੀ ਪਤਨੀ ਅਚਾਨਕ ਬਿਮਾਰ ਪੈ ਗਈ ਤੇ ਉਸ ਦਾ ਵੀ ਦੇਹਾਂਤ ਹੋ ਗਿਆ। ਮੇਰੀ ਇੱਕੋ ਇੱਕ ਲੜਕੀ ਹੈ, ਇਸ ਦੀ ਸਾਰੀ ਜ਼ਿੰਮੇਵਾਰੀ ਮੇਰੀ ਮਾਤਾ ਦੇ ਸਿਰ ਦੇ ਉੱਤੇ ਆ ਚੁੱਕੀ ਸੀ। ਸਮਾਂ ਨਿਕਲਦਾ ਰਿਹਾ ਤਾਂ ਮੈਂ ਇੱਕ ਵਾਰ ਫਿਰ 2017 ਦੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਜਾਣ ਦਾ ਸੋਚਿਆ ਅਤੇ ਸ਼ਾਇਦ ਫਿਰ ਪਰਮਾਤਮਾ ਦੇ ਦਰ ਦੇ ਉੱਤੇ ਮੇਰੇ ਕੋਲੋਂ ਕੋਈ ਗਲਤੀ ਹੋ ਚੁੱਕੀ ਸੀ। ਹੇਮਕੁੰਟ ਸਾਹਿਬ ਦੀ ਯਾਤਰਾ ਖੁੱਲੀ ਤਾਂ ਮੈਂ ਜਾਣ ਦੀ ਸੋਚੀ, ਜਿਸ ਤੋਂ ਬਾਅਦ ਮੇਰਾ ਭਿਆਨਕ ਐਕਸੀਡੈਂਟ ਹੋ ਗਿਆ। ਮੇਰੇ ਸਿਰ ਦੇ ਉੱਤੇ ਸੱਟ ਵੱਜੀ, ਜਿਸ ਦੇ ਨਾਲ ਮੇਰੇ ਇੱਕ ਪਾਸੇ ਦੀ ਬਾਂਹ ਤੇ ਲੱਤ ਨੇ ਕੰਮ ਕਰਨਾ ਹੌਲੀ-ਹੌਲੀ ਬੰਦ ਕਰ ਦਿੱਤਾ। ਹੁਣ ਘਰ ਦੇ ਵਿੱਚ ਇਕੱਲੀ ਮੇਰੀ ਮਾਂ ਅਤੇ ਮੇਰੀ 12 ਸਾਲਾਂ ਦੀ ਲੜਕੀ ਸੀ। ਮੈਨੂੰ ਕਿਵੇਂ ਉਹ ਸੰਭਾਲਦੇ ਸੀ ਤੇ ਮੇਰਾ ਕਿਵੇਂ ਉਹਨਾਂ ਨੇ ਇਲਾਜ ਕਰਵਾਇਆ, ਇਹ ਪਰਮਾਤਮਾ ਹੀ ਜਾਣਦਾ ਹੈ। 2 ਸਾਲ ਮੈਂ ਮੰਜੇ ਦੇ ਉੱਤੇ ਪਿਆ ਰਿਹਾ। ਮੇਰੀ ਮਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਮੇਰਾ ਘਰ ਚਲਾਇਆ। ਕਿਸੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਫਿਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਸ਼੍ਰੀ ਹੇਮਕੁੰਟ ਸਾਹਿਬ ਜਾਣ ਤੇ ਹੀ ਮੈਨੂੰ ਕਿਉਂ ਮੁਸੀਬਤ ਆਉਂਦੀ ਹੈ। ਮੈਂ ਹਰ ਰੋਜ਼ ਰੋ ਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ। ਇੱਕ ਰਾਤ ਮੈਂ ਸੌ ਰਿਹਾ ਸੀ ਤਾਂ ਸੁਪਨੇ ਦੇ ਵਿੱਚ ਗੁਰੂ ਸਾਹਿਬ ਦੇ ਅਨੰਤ ਪ੍ਰਕਾਸ਼ ਦੇ ਦਰਸ਼ਨ ਮੈਨੂੰ ਹੋਏ। ਗੁਰੂ ਸਾਹਿਬ ਨੇ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਜਾਣ ਕਰਕੇ ਤੇਰੇ ਉੱਤੇ ਮੁਸੀਬਤਾਂ ਨਹੀਂ ਆ ਰਹੀਆਂ, ਇਹ ਤੇਰੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੈ। ਗੁਰੂ ਸਾਹਿਬ ਨੇ ਮੈਨੂੰ ਬੇਨਤੀ ਚੌਪਈ ਦਾ ਜਾਪ ਕਰਨ ਵਾਸਤੇ ਹੁਕਮ ਦਿੱਤਾ। ਉਸ ਦਿਨ ਤੋਂ ਬਾਅਦ ਮੈਂ ਮੰਜੇ ਦੇ ਉੱਤੇ ਪਿਆ ਅਣਗਿਣਤ ਜਾਪ ਚੌਪਈ ਸਾਹਿਬ ਦੇ ਕਰਦਾ ਰਿਹਾ। 1 ਮਹੀਨੇ ਦੇ ਵਿੱਚ ਮੈਂ ਆਪਣੀ ਲੱਤ ਚੱਲਣ ਯੋਗ ਕਰ ਲਈ ਅਤੇ ਆਪਣਾ ਕੰਮ ਦੁਬਾਰਾ ਸ਼ੁਰੂ ਕੀਤਾ। ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਜਾਪ ਨਹੀਂ ਛੱਡਿਆ ਅਤੇ ਕੰਮ ਵੀ ਵਧੀਆ ਚੱਲਦਾ ਰਿਹਾ। ਅਤੇ ਫਿਰ ਕਰੋਨਾ ਕਾਲ ਆ ਗਿਆ। ਇਸ ਸਮੇਂ ਦੇ ਵਿੱਚ ਮੇਰੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਅਤੇ ਘਰ ਦੇ ਵਿੱਚ ਮੈਂ ਤੇ ਮੇਰੀ ਲੜਕੀ ਇਕੱਲੇ ਰਹਿ ਗਏ। ਇੱਕ ਡਰ ਕਾਰਨ ਮੈਂ ਸ਼੍ਰੀ ਹੇਮਕੁੰਟ ਸਾਹਿਬ ਜਾਣ ਦਾ ਖਿਆਲ ਵੀ ਆਪਣੇ ਮਨੋਂ ਕੱਢ ਦਿੱਤਾ। ਤੇ ਹੁਣ ਇਸੇ ਸਾਲ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਮੇਰੀ ਲੜਕੀ ਅੱਧੀ ਰਾਤ ਨੂੰ ਉੱਠ ਕੇ ਮੈਨੂੰ ਕਹਿੰਦੀ ਹੈ ਕਿ ਆਪਾਂ ਹੇਮਕੁੰਟ ਸਾਹਿਬ ਚੱਲਣਾ ਹੈ। ਮੇਰੀ ਮਾਂ ਮੇਰਾ ਉੱਥੇ ਇੰਤਜ਼ਾਰ ਕਰ ਰਹੀ ਹੈ, ਆਪਾਂ ਪੈਦਲ ਚੱਲ ਕੇ ਜਾਣਾ ਹੈ। ਮੈਂ ਆਪਣੀ ਲੜਕੀ ਨੂੰ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਬਹੁਤ ਦੂਰ ਹੈ, ਆਪਾਂ ਉੱਥੇ ਚੱਲ ਕੇ ਕਿਵੇਂ ਜਾਵਾਂਗੇ। ਮੇਰੀ ਲੜਕੀ ਨੇ ਜੋ ਕਿਹਾ ਉਹ ਗੱਲ ਸੁਣ ਕੇ ਹੀ ਮੈਂ ਅੱਜ ਚੱਲ ਕੇ ਇੱਥੇ ਤੱਕ ਪਹੁੰਚਿਆ ਹਾਂ। ਮੇਰੀ ਲੜਕੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਗੁਰੂ ਸਾਹਿਬ ਸਾਡੇ ਨਾਲ ਚੱਲ ਕੇ ਜਾਣਗੇ। ਉਸ ਦੀ ਇਹ ਗੱਲ ਸੁਣ ਕੇ ਮੈਂ ਤਿਆਰੀ ਕਰਕੇ ਆਪਣੀ ਲੜਕੀ ਦੇ ਨਾਲ ਹੀ 1 ਮਹੀਨਾ ਪਹਿਲਾਂ ਹੀ ਯਾਤਰਾ ਸ਼ੁਰੂ ਕਰ ਲਈ ਸੀ ਅਤੇ ਰੁਕਦਿਆਂ ਗੁਰੂ ਘਰ ਦੀ ਸੇਵਾ ਕਰਦਿਆਂ ਆਪਾਂ ਇੱਥੇ ਤੱਕ ਪਹੁੰਚੇ ਹਾਂ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੇਰੀ ਇੱਕ ਬਾਂਹ ਜੋ ਹਾਲੇ ਤੱਕ ਠੀਕ ਨਹੀਂ ਹੋਈ ਸੀ, ਇਸ ਰਸਤੇ ਦੇ ਵਿੱਚ ਚੱਲਦਿਆਂ ਚੱਲਣ ਜੋਗੀ ਹੋ ਚੁੱਕੀ ਹੈ ਅਤੇ ਮੇਰੇ ਸਿਰ ਦੀ ਪ੍ਰੋਬਲਮ ਵੀ ਜੋ ਹਾਲੇ ਤੱਕ ਠੀਕ ਨਹੀਂ ਸੀ ਤੇ ਮੈਨੂੰ ਬੋਲਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ, ਉਹ ਵੀ ਇਸ ਯਾਤਰਾ ਦੇ ਵਿੱਚ ਠੀਕ ਹੋ ਗਈ ਹੈ। ਹੇਮਕੁੰਟ ਸਾਹਿਬ ਪਹੁੰਚ ਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਜ਼ਿੰਦਗੀ ਬਦਲ ਜਾਵੇਗੀ। ਆਪਣੇ ਗੁਰੂ ਦੇ ਉੱਤੇ ਮੈਨੂੰ ਵਿਸ਼ਵਾਸ ਹੈ।
ਬਚਿੱਤਰ ਸਿੰਘ ਨੇ ਤਲਵਿੰਦਰ ਸਿੰਘ ਨੂੰ ਆਪਣੇ ਨਾਲ ਚੱਲਣ ਵਾਸਤੇ ਕਿਹਾ, ਪਰ ਉਹ ਨਹੀਂ ਮੰਨਿਆ। ਜਿਸ ਤੋਂ ਬਾਅਦ ਬਚਿੱਤਰ ਸਿੰਘ ਹੇਮਕੁੰਟ ਸਾਹਿਬ ਪਹੁੰਚੇ। ਉੱਥੇ ਦਰਸ਼ਨ ਕੀਤੇ ਤੇ ਵਾਪਿਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹੀ ਪਿਓਤੀ ਉਹਨਾਂ ਨੂੰ ਫਿਰ ਦੁਬਾਰਾ ਦਿਖਾਈ ਦਿੱਤੇ। ਤਾਂ ਬਚਿੱਤਰ ਸਿੰਘ ਨੇ ਤਲਵਿੰਦਰ ਸਿੰਘ ਨੂੰ ਕੁਝ ਪੈਸੇ ਦਿੱਤੇ, ਜਿਸ ਦੇ ਨਾਲ ਉਸ ਦੀ ਲੜਕੀ ਦਾ ਭਵਿੱਖ ਵਧੀਆ ਹੋਵੇਗਾ। ਹੁਣ ਤਲਵਿੰਦਰ ਸਿੰਘ ਉੱਥੇ ਪਹੁੰਚਿਆ ਹੋਵੇਗਾ ਜਾਂ ਹਾਲੇ ਰਸਤੇ ਦੇ ਵਿੱਚ ਹੀ ਹੋਵੇਗਾ। ਕੀ ਹੋਵੇਗਾ ਉਸ ਦੀ ਅਗਲੀ ਜ਼ਿੰਦਗੀ ਦੇ ਵਿੱਚ? ਇੱਕ ਸਵਾਲ ਹਾਲੇ ਵੀ ਬਚਿੱਤਰ ਸਿੰਘ ਦੇ ਮਨ ਦੇ ਵਿੱਚ ਹੀ ਹੈ।